वेलकम बैक टू चैनल वैन। आई होप यू गाइस एब्सोल्युटली फाइन। ਅੱਜ ਆਪਾਂ ਚੈप्टर ਕਰਾਂਗੇ अर्ली वैदिक एज 1500 BC ਤੋਂ 1000 BC ਤੱਕ। ਚੈਪਟਰ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਨੇ ਹੁਣ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇਸ ਤੋਂ ਸਾਨੂੰ ਨਵੀਆਂ ਵੀਡੀਓ ਬਣਾਉਣ ਦੇ ਵਿੱਚ ਪ੍ਰੇਰਨਾ ਮਿਲੇਗੀ। ਹਾਂਜੀ, ਹੁਣ ਆਪਾਂ ਚੈਪਟਰ ਸਟਾਰਟ ਕਰਦੇ ਹਾਂ ਵੈਦਿਕ ਏਜ ਇੰਟਰੋਡਕਸ਼ਨ ਤੋਂ। ਰਿਗਵੈਦਿਕ ਪੀਰੀਅਡ ਨੂੰ ਅਰਲੀ ਵੈਦਿਕ ਪੀਰੀਅਡ ਵੀ ਆਖਿਆ ਜਾਂਦਾ ਹੈ। ਇਹ 1500 BC ਤੋਂ ਲੈ ਕੇ 1000 BC ਤੱਕ ਸੀ। ਠੀਕ ਹੈ ਵੀ ਇਹਦੇ ਵਿੱਚ ਆਰੀਆ ਲੋਕ ਜਿਹੜੇ ਆਪਣੇ ਮਤਲਬ ਸੋਚਿਆ ਜਾਂਦਾ ਕਿ ਆਰੀਆ ਲੋਕ ਕਿੱਥੋਂ ਆਏ, ਕਿ ਮਤਲਬ ਬਹੁਤ ਸਾਰੇ ਜਿਹੜੇ ਰਾਈਟਰ ਨੇ ਉਹਨਾਂ ਦੇ ਵਿੱਚ ਮਤਭੇਦ ਪਾਏ ਜਾਂਦੇ ਨੇ। ਕੁਝ ਕੁ ਰਾਈਟਰਾਂ ਦਾ ਮਤਲਬ ਵੱਧ ਮਤ ਇਹ ਆਖਿਆ ਜਾਂਦਾ ਹੈ ਕਿ ਇਹ ਜਿਹੜੇ ਸੀਗੇ ਸੈਂਟਰਲ ਏਸ਼ੀਆ ਤੋਂ ਆਏ ਸਨ। ਇਹ ਲੋਕ ਅਫਗਾਨਿਸਤਾਨ, ਪੰਜਾਬ, ਕਸ਼ਮੀਰ, ਸਿੰਧ, ਸੂਰਬੀਆ ਰਿਵਰ ਤੱਕ ਵਸੇ ਹੋਏ ਸਨ। ਇੰਡੀਆ ਵਿੱਚ ਉਹ ਸਪਤ ਸਿੰਧੂ ਕੋਲ ਰਹਿੰਦੇ ਹਨ। ਇਹ ਸਾਨੂੰ ਸਾਰੇ ਚੀਜ਼ਾਂ ਦੀ ਜਾਣਕਾਰੀ ਕਿਸ ਤੋਂ ਮਿਲਦੀ ਹੈ? ਰਿਗਵੇਦ ਤੋਂ ਮਿਲਦੀ ਹੈ। ਰਿਗਵੇਦ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਇਸ ਸਮੇਂ ਦੇ ਵਿੱਚ ਸ਼ਹਿਰੀਕਰਨ ਤੋਂ ਗ੍ਰਾਫ ਨੀਚੇ ਵੱਲ ਆ ਗਿਆ ਸੀਗਾ। ਠੀਕ ਹੈ, ਅਰਲੀ ਵੈਦਿਕ ਏਜ ਦੇ ਵਿੱਚ ਰਿਲੀਜਨ ਆ ਗਿਆ ਸੀਗਾ। ਠੀਕ ਹੈ, ਰਿਲੀਜਨ ਦੇ ਵਿੱਚ ਇੱਥੇ ਤੱਕ ਤਾਂ ਸਭ ਠੀਕ ਸੀਗਾ, ਪਰੰਤੂ ਜਦੋਂ ਵੈਦਿਕ ਏਜ ਸ਼ੁਰੂ ਹੋਇਆ, ਠੀਕ ਹੈ, ਤਾਂ ਇੱਥੇ ਇਹ ਰੂਪ ਧਾਰਨ ਕਰ ਲਿਆ ਇਹਨਾਂ ਨੇ ਰਿਲੀਜਨ ਨੂੰ ਜਾਤਾਂ ਦੇ ਵਿੱਚ ਵੰਡ ਦਿੱਤਾ ਗਿਆ ਕਿ ਕੋਈ ਵੀ ਰਿਲੀਜਨ ਹੈ, ਜੋ ਵੀ ਉਹਦਾ ਰਿਲੀਜਨ ਹੋਊਗਾ ਉਸ ਹਿਸਾਬ ਦੇ ਨਾਲ ਉਸਦਾ ਕੰਮ ਹੋਊਗਾ। ਮਤਲਬ ਰਿਲੀਜਨ ਨੇ ਜਾਤ ਡਿਸਾਈਡ ਕਰ ਲਈ। ਜਿਵੇਂ ਆਖਿਆ ਜਾਂਦਾ ਹੈ ਕਿ ਜੋ ਵੀ ਲੋਕ ਪਾਠ ਪੂਜਾ ਕਰਦੇ ਸਨ, ਠੀਕ ਹੈ, ਉਹਨਾਂ ਨੂੰ ਬ੍ਰਾਹਮਣ ਕਿਹਾ ਜਾਣ ਲੱਗਾ। ਠੀਕ ਹੈ, ਜਿਹੜੇ ਲੋਕ ਜੰਗ ਦੇ ਵਿੱਚ ਲੜਦੇ ਸਨ, ਸੈਨਿਕ ਸਨ, ਉਹਨਾਂ ਨੂੰ ਕਸ਼ਤਰੀ ਆਖਿਆ ਜਾਣ ਲੱਗਾ। ਜੋ ਲੋਕ ਖੇਤੀ ਕਰਨ ਵਾਲੇ ਸਨ, ਠੀਕ ਹੈ, ਉਹਨਾਂ ਨੂੰ ਕੀ ਕਿਹਾ ਗਿਆ? ਵੈਸ਼ਿਆ ਕਿਹਾ ਗਿਆ। ਅਤੇ ਜੋ ਲੋਕ ਸਫਾਈ ਕਰਨ ਵਾਲੇ ਸਨ, ਜੋ ਮਤਲਬ ਸੇਵਕ ਸਨ, ਉਹਨਾਂ ਨੂੰ ਕੀ ਕਿਹਾ ਗਿਆ? ਸ਼ੂਦਰ ਆਖਿਆ ਗਿਆ। ਲੇਟਰ ਵੈਦਿਕ ਪੀਰੀਅਡ ਵਿੱਚ ਸਮੱਸਿਆ ਇਹ ਖੜੀ ਹੋ ਜਾਂਦਾ ਹੈ। ਇਸ ਵਿੱਚ ਆਖਿਆ ਕਿ ਹੁਣ ਜਨਮ ਦੁਬਾਰਾ ਜਾਤ ਤੈਅ ਕੀਤੀ ਜਾਵੇਗੀ। ਕੰਮ ਉਹ ਹੀ ਕਰਨੇ ਹਨ ਜੋ ਉਹਨਾਂ ਦਾ ਪਿਤਾ ਪੁਰਖੀ ਕੰਮ ਚੱਲਦਾ ਆ ਰਿਹਾ ਹੈ। ਇਸ ਕਰਕੇ ਸਾਨੂੰ ਰਿਗਵੇਦ ਤੋਂ ਹੀ ਸਾਰੀ ਜਾਣਕਾਰੀ ਮਿਲਦੀ ਹੈ ਕਿ ਉਸ ਸਮੇਂ ਦਾ ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਰਿਲੀਜਨ ਦੇ ਪੱਖ ਵਿੱਚ ਸਮਾਜ ਕਿਹੋ ਜਿਹਾ ਸੀ। ਠੀਕ ਹੈ, ਹੁਣ ਆਪਾਂ ਇਹਨਾਂ ਚਾਰੇ ਚੀਜ਼ਾਂ ਨੂੰ, ਪੋਲੀਟੀਕਲ ਨੂੰ, ਸੋਸ਼ਲ ਨੂੰ, ਇਕਨੋਮਿਕ ਨੂੰ, ਰਿਲੀਜੀਅਸ ਨੂੰ ਵਿਸਥਾਰ ਨਾਲ ਸਟੱਡੀ ਕਰਦੇ ਹਾਂ। ਹੁਣ ਸਭ ਤੋਂ ਪਹਿਲਾਂ ਜੇਕਰ ਆਪਾਂ ਪੋਲੀਟੀਕਲ ਲਾਈਫ ਦੀ ਗੱਲ ਕਰੀਏ, ਠੀਕ ਹੈ, ਤਾਂ ਉਸ ਦੇ ਵਿੱਚ ਆਖਿਆ ਜਾ ਸਕਦਾ ਹੈ ਕਿ ਜਿਹੜੀ ਸਭ ਤੋਂ ਛੋਟੀ ਇਕਾਈ ਸੀਗੀ ਉਹ ਸੀਗੀ ਫੈਮਿਲੀ। ਠੀਕ ਹੈ, ਉਸ ਸਮੇਂ ਦੀ ਸਭ ਤੋਂ ਛੋਟੀ ਇਕਾਈ ਸੀਗੀ ਫੈਮਿਲੀ। ਉਸ ਨੂੰ ਕਿਹਾ ਜਾਂਦਾ ਸੀ ਕੁਲ। ਠੀਕ ਹੈ, ਪੋਲੀਟੀਕਲ ਵਿੱਚ ਪੂਰੇ ਏਰੀਏ ਦੀ ਸਭ ਤੋਂ ਇਹ ਛੋਟੀ ਇਕਾਈ ਫੈਮਿਲੀ ਹੁੰਦਾ ਸੀ। ਠੀਕ ਹੈ, ਇਸ ਦਾ ਜਿਹੜਾ ਹੈੱਡ ਹੁੰਦਾ ਸੀ ਉਸ ਨੂੰ ਕਿਹਾ ਜਾਂਦਾ ਸੀ ਕੁਲਪਤੀ। ਠੀਕ ਹੈ, ਉਸ ਤੋਂ ਅੱਗੇ ਆ ਗਿਆ ਵਿਲੇਜਸ। ਠੀਕ ਹੈ, ਵੀ ਮਤਲਬ ਬਹੁਤ ਸਾਰੀਆਂ ਫੈਮਲੀਆਂ ਨੂੰ ਜੋੜ ਕੇ ਇੱਕ ਵਿਲੇਜ ਬਣਦਾ ਸੀ, ਜਿਸ ਨੂੰ ਉਸ ਸਮੇਂ ਗ੍ਰਾਮ ਕਿਹਾ ਜਾਂਦਾ ਸੀਗਾ। ਗ੍ਰਾਮ ਦਾ ਜੋ ਹੈੱਡ ਹੁੰਦਾ ਸੀ ਉਸ ਨੂੰ ਗ੍ਰਾਮਣੀ ਆਖਿਆ ਜਾਂਦਾ ਸੀਗਾ। ਉਸ ਤੋਂ ਬਾਅਦ ਆ ਗਿਆ ਕਿ ਬਹੁਤ ਸਾਰੇ ਪਿੰਡਾਂ ਨੂੰ ਮਿਲਾ ਕੇ ਇੱਕ ਕਲੇਨ ਬਣਦਾ ਸੀਗਾ, ਜਿਸ ਨੂੰ ਕਿਹਾ ਜਾਂਦਾ ਸੀਗਾ ਵਿਸ਼। ਠੀਕ ਹੈ, ਉਸ ਦਾ ਜਿਹੜਾ ਹੈੱਡ ਹੁੰਦਾ ਸੀ ਉਸ ਨੂੰ ਬਿਸਪਤੀ ਆਖਿਆ ਜਾਂਦਾ ਸੀਗਾ। ਉਸ ਤੋਂ ਅੱਗੇ ਬਹੁਤ ਸਾਰੇ ਕਲੇਨ ਨੂੰ ਮਿਲਾ ਕੇ ਫਿਰ ਬਣਦਾ ਸੀਗਾ ਜਨ। ਠੀਕ ਹੈ, ਅਤੇ ਇਸ ਦੇ ਵਿੱਚ ਇਸ ਕਰਕੇ ਮਤਲਬ ਬਹੁਤ ਸਾਰੇ ਕਲੇਨ ਨੂੰ ਮਿਲਾ ਕੇ ਬਣਦਾ ਸੀਗਾ ਜਨ, ਜਿਸ ਨੂੰ ਕਿਹਾ ਜਾਂਦਾ ਸੀ ਗੋਪ। ਠੀਕ ਹੈ, ਇਸ ਕਰਕੇ ਬਹੁਤ ਸਾਰੇ ਜਨ ਨੂੰ ਮਿਲਾ ਕੇ ਫਿਰ ਬਣਦਾ ਸੀਗਾ ਰਾਸ਼ਟਰ। ਜਿਵੇਂ ਆਪਾਂ ਅੱਜ ਦੇ ਸਮੇਂ ਦੇ ਵਿੱਚ ਉਸ ਨੂੰ ਕੰਟਰੀ ਵੀ ਆਖ ਸਕਦੇ ਹਾਂ। ਠੀਕ ਹੈ, ਇਸ ਦੇ ਵਿੱਚ ਸਭ ਤੋਂ ਕੰਟਰੀ ਦਾ ਹੈੱਡ ਕੌਣ ਹੁੰਦਾ ਸੀਗਾ? ਰਾਜਾ। ਠੀਕ ਹੈ, ਰਾਜੇ ਨੂੰ ਉਸ ਸਮੇਂ ਰਾਜਨ ਆਖਿਆ ਜਾਂਦਾ ਸੀਗਾ, ਪਰੰਤੂ ਉਸ ਸਮੇਂ ਰਾਜੇ ਦੇ ਕੋਲ ਕੋਈ ਵਿਸ਼ੇਸ਼ ਸ਼ਕਤੀਆਂ ਨਹੀਂ ਸੀਗੀਆਂ। ਠੀਕ ਹੈ, ਉਸ ਦੇ ਕੋਲ ਬਹੁਤ ਹੀ ਲਿਮਟਿਡ ਸ਼ਕਤੀਆਂ ਸਨ। ਠੀਕ ਹੈ,
ਉਸ ਤੋਂ ਬਾਅਦ ਉਸ ਦੀ ਰਿਸਪੌਂਸਿਬਿਲਿਟੀ ਇਹ ਹੁੰਦੀ ਸੀਗੀ ਕਿ ਉਸਨੇ ਜਦੋਂ ਵੀ ਕੋਈ ਜੰਗ ਹੁੰਦਾ ਮਤਲਬ ਉਸ ਸਮੇਂ ਕਬੀਲਾ ਟੂ ਕਬੀਲਾ ਇੱਕ ਦੂਸਰੇ ਦੇ ਨਾਲ ਲੜਦੇ ਰਹਿੰਦੇ ਸੀ। ਉਸ ਸਮੇਂ ਉਹ ਹੈੱਡ ਹੁੰਦਾ ਸੀਗਾ, ਜੋ ਵੀ ਉਸਨੇ ਲੜਾਈ ਦੇ ਵਿੱਚ ਕਮਾਨ ਸੰਭਾਲਣੀ ਹੁੰਦੀ ਉਸ ਸਮੇਂ ਰਾਜਨ ਜੋ ਕਮਾਨ ਸੰਭਾਲਦਾ ਹੁੰਦਾ ਉਹ ਆਪਣੇ ਕਬੀਲੇ ਦੀ ਰੱਖਿਆ ਵੀ ਕਰਦਾ ਹੁੰਦਾ। ਉਸ ਸਮੇਂ ਇਨਕਮ ਦਾ ਸਾਧਨ ਦੋ ਸਾਧਨ ਸੀਗੇ। ਇੱਕ ਤਾਂ ਜੇਕਰ ਕੋਈ ਕਬੀਲਾ ਕਿਸੇ ਹੋਰ ਕਬੀਲੇ ਨੂੰ ਲੁੱਟ ਲੈਂਦਾ ਤਾਂ ਉਹ ਉਸ ਦਾ ਕਬੀਲਾ ਬਣ ਜਾਂਦਾ। ਫਿਰ ਜਿਹੜਾ ਉਹ ਕਬੀਲਾ ਹੁੰਦਾ ਸੀਗਾ ਉਹ ਸਾਰਾ ਮਤਲਬ ਇਕੱਠਾ ਕਰਕੇ ਜਿੰਨਾ ਵੀ ਇਨਕਮ ਹੁੰਦੀ ਸੀਗੀ ਉਹ ਰਾਜੇ ਨੂੰ ਦਿੰਦਾ ਹੁੰਦਾ ਸੀਗਾ। ਇਹੀ ਰਾਜੇ ਦੀ ਕੀ ਸੀ, ਇਨਕਮ ਸੀ। ਉਸ ਤੋਂ ਬਾਅਦ ਆਉਂਦਾ ਹੈ ਅਸੈਂਬਲੀ। ਅਸੈਂਬਲੀ ਦੇ ਵਿੱਚ ਜੇਕਰ ਆਪਾਂ ਆਖੀਏ ਮੁੱਖ ਤੌਰ ਦੇ ਉੱਤੇ 4 ਅਸੈਂਬਲੀਆਂ ਹੁੰਦੀਆਂ ਸੀਗੀਆਂ, ਠੀਕ ਹੈ, ਜਿਨ੍ਹਾਂ ਦੇ ਵਿੱਚ ਸਭਾ ਅਤੇ ਸਮਿਰਤੀ ਮੁੱਖ ਸਨ। ਸਭ ਤੋਂ ਪਹਿਲੀ ਅਸੈਂਬਲੀ ਆ ਗਈ ਸਭਾ ਅਸੈਂਬਲੀਆਂ ਵਿੱਚੋਂ ਇਹ ਸਭ ਤੋਂ ਮਹੱਤਵਪੂਰਨ ਅਸੈਂਬਲੀ ਹੁੰਦੀ ਸੀਗੀ। ਇਸ ਦੇ ਵਿੱਚ ਲੋਕਾਂ ਦਾ ਸਮੂਹ ਹੁੰਦਾ ਸੀਗਾ, ਠੀਕ ਹੈ। ਇਸ ਦੇ ਵਿੱਚ ਕਬੀਲੇ ਦੇ ਵਿੱਚ ਜਿੰਨੇ ਵੀ ਕਾਰੋਬਾਰ ਦੇ ਸੰਬੰਧ ਦੇ ਵਿੱਚ ਵਿਚਾਰ ਹੁੰਦੇ ਉਹ ਇਸ ਅਸੈਂਬਲੀ ਦੇ ਵਿੱਚ ਹੁੰਦੇ ਸਨ। ਉਸ ਤੋਂ ਬਾਅਦ ਦੂਸਰੀ ਅਸੈਂਬਲੀ ਸੀਗੀ ਸਮਿਰਤੀ। ਇਸ ਦੇ ਵਿੱਚ ਕੁਝ ਚੁਣੇ ਹੋਏ ਲੋਕ ਹੁੰਦੇ ਸਨ। ਇਹ ਲੋਕ ਬਹੁਤ ਹੀ ਜ਼ਿਆਦਾ ਬੁੱਧੀਜੀਵੀ ਲੋਕ ਹੁੰਦੇ ਸਨ। ਇਹ ਲੋਕ ਕੀ ਸੀਗੇ, ਰਾਜੇ ਨੂੰ ਸਲਾਹ ਦਿੰਦੇ ਹੁੰਦੇ ਸੀਗੇ। ਇਹ ਅਪਰਾਧਾਂ ਦੀ ਕੋਈ ਵੀ ਅਪਰਾਧ ਹੁੰਦਾ ਉਸ ਦੀ ਸੁਣਵਾਈ ਵੀ ਕਰਦੇ ਹੁੰਦੇ ਸੀਗੇ, ਠੀਕ ਹੈ। ਇਹ ਸਾਰੇ ਸਿਮਰਤੀ ਵਿੱਚ ਹੁੰਦੇ ਸੀਗੇ ਬੁੱਧੀਜੀਵੀ ਲੋਕ। ਉਸ ਤੋਂ ਅਗਲੀ ਅਸੈਂਬਲੀ ਸੀਗੀ ਵਿਦਾਤ, ਠੀਕ ਹੈ। ਇਸ ਦੇ ਵਿੱਚ ਆਮ ਲੋਕ ਹੁੰਦੇ ਸੀਗੇ, ਠੀਕ ਹੈ। ਇਸ ਦੇ ਵਿੱਚ ਖੇਤੀ ਨਾਲ ਉਪਜ ਵੀ ਲੁੱਟੀ ਹੋਈ ਰਕਮ ਜਿੰਨੀ ਵੀ ਹੁੰਦੀ ਸੀਗੀ, ਜਿੰਨੀ ਵੀ ਇੱਕ ਤੋਂ ਦੂਸਰੇ ਕਬੀਲੇ ਤੋਂ ਰਕਮ ਲੁੱਟੀ ਜਾਂਦੀ, ਇਹ ਸਾਰਾ ਜਿੰਨਾ ਵੀ ਪ੍ਰੋਸੈਸ ਸੀਗਾ ਇਹਨਾਂ ਦੇ ਹੱਥ ਦੇ ਵਿੱਚ ਹੁੰਦਾ ਸੀਗਾ। ਉਸ ਤੋਂ ਅੱਗੇ ਆ ਗਿਆ ਗਣਨਾ। ਇਸ ਦੇ ਵਿੱਚ ਵੀ ਕੀ ਹੈ, ਬੁੱਧੀਜੀਵੀ ਲੋਕ ਹੁੰਦੇ ਸੀਗੇ। ਇਹ ਵੀ ਸਿਮਰਤੀ ਵਾਂਗ ਹੀ ਕੰਮ ਕਰਦੀ ਸੀ। ਉਸ ਤੋਂ ਅੱਗੇ ਆਪਾਂ ਇਹਨਾਂ ਦੇ ਮਨਿਸਟਰਾਂ ਦੇ ਬਾਰੇ ਪੜ੍ਹਦੇ ਹਾਂ ਕਿ ਮਤਲਬ ਕੋਈ ਵੀ ਰਾਜਾ ਹੁੰਦਾ ਸੀਗਾ ਉਹ ਆਪਣੇ ਆਪ ਕੋਈ ਨਹੀਂ ਕੰਮ ਕਰ ਸਕਦਾ ਸੀ। ਉਸ ਨੂੰ ਆਪਣੇ ਜਿਹੜੇ ਮਨਿਸਟਰ ਰੱਖਣੇ ਪੈਂਦੇ ਸੀਗੇ। ਉਸ ਸਮੇਂ ਮਨਿਸਟਰ ਨੂੰ ਕੀ ਆਖਿਆ ਜਾਂਦਾ ਸੀਗਾ, ਰਤਨਿਨ। ਇਹ ਸ਼ਬਦ ਯਾਦ ਕਰਨ ਵਾਲਾ ਇਸ ਦਾ ਨਾਮ ਹੈ ਰਤਨਿਨ, ਠੀਕ ਹੈ। ਉਸ ਸਮੇਂ 5 ਮਨਿਸਟਰ ਸੀਗੇ ਜੋ ਆਮ ਤੌਰ 'ਤੇ ਦੱਸੇ ਜਾਂਦੇ ਨੇ, ਠੀਕ ਹੈ। ਇਸ ਦੇ ਵਿੱਚ ਜਿਹੜੇ 5 ਮਨਿਸਟਰ ਸੀਗੇ, ਸਭ ਤੋਂ ਪਹਿਲਾਂ ਆਉਂਦਾ ਪੁਰੋਹਿਤ, ਨੰਬਰ 2 'ਤੇ ਆਉਂਦਾ ਸੈਨਾਨੀ, ਨੰਬਰ 3 'ਤੇ ਆਉਂਦਾ ਗ੍ਰਾਮਣੀ, ਨੰਬਰ 4 'ਤੇ ਆਉਂਦਾ ਪੁਰਾਪ, ਨੰਬਰ 5 'ਤੇ ਹੁੰਦਾ ਸ਼ਪਾਸ, ਠੀਕ ਹੈ। ਇਸ ਦੇ ਵਿੱਚ ਜਿਹੜਾ ਨੰਬਰ 1 'ਤੇ ਹੁੰਦਾ ਸੀਗਾ ਪੁਰੋਹਿਤ ਹੁੰਦਾ ਸੀਗਾ। ਇਹ ਸਭ ਤੋਂ ਪਹਿਲਾਂ ਮੰਤਰੀ ਹੁੰਦਾ ਸੀਗਾ। ਉਸ ਸਮੇਂ ਇਹ ਰਾਜੇ ਦਾ ਸਾਥੀ ਹੁੰਦਾ ਸੀ ਅਤੇ ਇਹ ਰਾਜੇ ਨੂੰ ਸਲਾਹ ਵੀ ਦਿੰਦਾ ਸੀ। ਨੰਬਰ 2 ਦੇ ਉੱਤੇ ਆ ਗਿਆ ਸੈਨਾਨੀ, ਇਹ ਆਰਮੀ ਦਾ ਹੈੱਡ ਹੁੰਦਾ ਸੀਗਾ। ਨੰਬਰ 3 ਦੇ ਉੱਤੇ ਆ ਗਿਆ ਗ੍ਰਾਮਣੀ, ਇਹ ਜਿੰਨਾ ਵੀ ਪ੍ਰਸ਼ਾਸਨ ਸੀਗਾ ਉਸ ਸਮੇਂ ਦਾ ਉਸ ਦਾ ਹੈੱਡ ਸੀਗਾ। ਉਸ ਤੋਂ ਬਾਅਦ ਆ ਗਿਆ ਪੁਰਾਪ, ਇਹ ਜੋ ਵੀ ਕਿਲ੍ਹਾ ਸੀ ਉਸ ਨੂੰ ਸੁਰੱਖਿਅਤ ਕਰਨ ਦਾ ਕੰਮ ਕਰਦਾ ਸੀ। ਉਸ ਤੋਂ ਬਾਅਦ ਆ ਗਿਆ ਸ਼ਪਾਸ਼, ਇਹ ਗੁਪਤਚਰ ਵਿਭਾਗ ਦਾ ਮੁਖੀਆ ਹੁੰਦਾ ਸੀਗਾ। ਉਸ ਤੋਂ ਬਾਅਦ ਇਹਨਾਂ ਨੇ ਦੱਸਿਆ ਗਿਆ ਆਪਾਂ ਨੂੰ ਆਰਮੀ ਬਾਰੇ। ਆਰਮੀ ਦੇ ਵਿੱਚ ਕੀ ਸੀਗਾ, ਰੈਗੂਲਰ ਆਰਮੀ ਨਹੀਂ ਹੁੰਦੀ ਸੀ। ਰੈਗੂਲਰ ਆਰਮੀ ਇਸ ਕਰਕੇ ਨਹੀਂ ਹੁੰਦੀ ਸੀ ਕਿਉਂਕਿ ਉਸ ਸਮੇਂ ਇਨਕਮ ਨਹੀਂ ਹੁੰਦੀ ਸੀ। ਰੈਗੂਲਰ ਆਰਮੀ ਇਸ ਕਰਕੇ ਨਹੀਂ ਹੁੰਦੀ ਸੀ ਕਿਉਂਕਿ ਉਸ ਸਮੇਂ ਇਨਕਮ ਨਹੀਂ ਹੁੰਦੀ ਸੀ। ਇਸ ਕਰਕੇ ਉਹਨਾਂ ਨੂੰ ਰੈਗੂਲਰ ਤੌਰ 'ਤੇ ਨਹੀਂ ਰੱਖਿਆ ਜਾਂਦਾ ਸੀ। ਜਦੋਂ ਵੀ ਉਹਨਾਂ ਦੀ ਲੋੜ ਪੈਂਦੀ ਸੀਗੀ ਉਦੋਂ ਉਹਨਾਂ ਨੂੰ ਬੁਲਾ ਲਿਆ ਜਾਂਦਾ ਅਤੇ ਉਸ ਤੋਂ ਬਾਅਦ ਉਹ ਆਪਣੇ ਜਿਹੜਾ ਉਹਨਾਂ ਦਾ ਦੂਸਰਾ ਨਿੱਜੀ ਕੰਮ ਹੁੰਦਾ ਖੇਤੀ ਵਗੈਰਾ ਉਹ ਕੰਮ ਕਰਦੇ ਸੀਗੇ। ਇਸ ਦੇ ਵਿੱਚ ਵੀ 2 ਭਾਗਾਂ ਦੇ ਵਿੱਚ ਆਰਮੀ ਨੂੰ ਵੰਡਿਆ ਹੋਇਆ। ਨੰਬਰ 1 'ਤੇ ਆ ਗਿਆ ਫੂਟ ਸੋਲਜਰ, ਨੰਬਰ 2 ਤੇ ਆ ਗਿਆ ਰੱਥੀ। ਨੰਬਰ 2 ਉੱਤੇ ਜਿਹੜਾ ਫੂਟ ਸੋਲਜਰ ਹੈ ਇਹਦੇ ਵਿੱਚ ਸੀਗੇ ਜੋ ਲੋਕ ਸੈਨਾ ਦੇ ਵਿੱਚ ਪੈਦਲ ਤੁਰ ਕੇ ਕੰਮ ਕਰਦੇ ਸੀਗੇ। ਰੱਥੀ ਦੇ ਵਿੱਚ ਘੋੜਸਵਾਰ ਸੀਗੇ ਉਹ ਸ਼ਾਮਲ ਹੁੰਦੇ ਸੀਗੇ। ਉਸ ਤੋਂ ਬਾਅਦ ਆ ਗਿਆ ਜਸਟਿਸ ਦੇ ਵਿੱਚ ਰਾਜਾ ਇਕੱਲਾ ਕੋਈ ਫੈਸਲਾ ਲੈ ਨਹੀਂ ਸੀ ਸਕਦਾ, ਉਹ ਪੁਰੋਹਿਤ ਦੀ ਸਲਾਹ ਨਾਲ ਕੰਮ ਕਰਦਾ ਸੀ, ਠੀਕ ਹੈ। ਉਦੋਂ ਐਡਵਾਈਸ ਇਸ ਕਰਕੇ ਕਹਿ ਸਕਦੇ ਹਾਂ ਐਡਵਾਈਸ ਆਫ ਪੁਰੋਹਿਤ
ਪੁਰੋਹਿਤ ਦੀ ਐਡਵਾਈਸ ਲੈਂਦੇ ਸੀ। ਇਸ ਕਰਕੇ ਕੋਈ ਵੀ ਜਿਹੜਾ ਅਪਰਾਧ ਹੁੰਦਾ ਸੀਗਾ ਉਦੋਂ ਕੋਈ ਖਾਸ ਅਪਰਾਧ ਨਹੀਂ ਹੁੰਦੇ ਸੀ। ਅਪਰਾਧ ਆਮ ਇਹੀ ਹੁੰਦੇ ਸੀਗੇ, ਕਿਸੇ ਨੇ ਕਿਸੇ ਦੀ ਮੱਝ ਚੋਰੀ ਕਰ ਲਈ, ਕੋਈ ਕਿਸੇ ਦਾ ਕੁਛ ਹੋਰ ਚੱਕ ਕੇ ਲੈ ਗਿਆ, ਮਤਲਬ ਆਮ ਜਿਹੜਾ ਸਮਾਨ ਹੈ। ਇਸ ਕਰਕੇ ਕੋਈ ਵੀ ਖਾਸ ਅਪਰਾਧ ਨਹੀਂ ਸੀਗੇ, ਲਾਈਟ ਪਨਿਸ਼ਮੈਂਟ ਸੀਗੀ। ਉਸ ਤੋਂ ਬਾਅਦ ਆ ਗਿਆ ਸੁਸਾਇਟੀ ਦੇ ਵਿੱਚ ਆਖ ਸਕਦੇ ਆਪਾਂ ਨੰਬਰ 1 'ਤੇ ਆ ਗਿਆ ਪੈਟਰੀਓਟੀਕਲ ਫੈਮਿਲੀ। ਪੈਟਰੀਓਟੀਕਲ ਫੈਮਿਲੀ ਦੇ ਮਤਲਬ ਇਹ ਹੈ ਕਿ ਉਸ ਦੇ ਵਿੱਚ ਕੀ ਹੈ, ਫਾਦਰ ਰੂਲ ਲਾਗੂ ਹੁੰਦਾ ਸੀਗਾ। ਸਾਰੇ ਆਪਣੇ ਜੋ ਵੀ ਉਹਨਾਂ ਦਾ ਵਿੱਚ ਵੱਡੇ ਹੁੰਦੇ, ਫਾਦਰ ਹੁੰਦਾ ਸਾਰਿਆਂ ਦਾ, ਠੀਕ ਹੈ, ਉਹ ਉਸ ਦੀ ਆਗਿਆ ਦਾ ਪਾਲਣ ਕਰਦੇ। ਨੰਬਰ 2 'ਤੇ ਆ ਗਿਆ ਮੋਨੋਗਾਮੀ ਦੇ ਵਿੱਚ ਇਹ ਸੀਗਾ ਕਿ ਸਿਰਫ ਲੋਕ ਇੱਕ ਮੈਰਿਜ ਨਾਲ ਹੀ ਸੰਬੰਧ ਰੱਖਦੇ ਸਨ, ਕੋਈ ਮਤਲਬ ਵੱਧ ਮੈਰਿਜ ਨਹੀਂ ਕਰਾਉਂਦਾ ਸੀਗਾ। ਉਸ ਤੋਂ ਬਾਅਦ ਆ ਗਿਆ ਜੁਆਇੰਟ ਫੈਮਿਲੀ ਵਿੱਚ ਇਹ ਹੈ ਕਿ ਉਦੋਂ ਲੋਕ ਸੰਯੁਕਤ ਰਹਿੰਦੇ ਸੀਗੇ। ਇਹ ਸਾਨੂੰ ਕਿੱਥੋਂ ਪਤਾ ਲੱਗਦਾ ਜੁਆਇੰਟ ਫੈਮਿਲੀ ਸਾਨੂੰ ਇਸ ਕਰਕੇ ਪਤਾ ਲੱਗਦਾ ਹੈ ਕਿਉਂਕਿ ਜੋ ਸਾਨੂੰ ਇਮਾਰਤਾਂ ਮਿਲੀਆਂ ਨੇ ਉਸ ਸਮੇਂ ਦੇ, ਸਾਨੂੰ ਇਮਾਰਤਾਂ ਬਹੁਤ ਵੱਡੀਆਂ ਮਿਲੀਆਂ ਨੇ, ਮਤਲਬ ਜੋ ਵੀ ਉਸ ਸਮੇਂ ਦੇ ਮਕਾਨ ਮਿਲੇ ਨੇ ਵੱਡੇ ਮਿਲੇ ਨੇ। ਇਸ ਕਰਕੇ ਉੱਥੇ ਵੱਡੇ ਮਕਾਨਾਂ ਦੇ ਵਿੱਚ ਜੁਆਇੰਟ ਫੈਮਿਲੀ ਹੀ ਰਹੂਗੀ, ਵੱਡਾ ਵੀ ਮਤਲਬ ਵੱਡੀਆਂ ਫੈਮਲੀਆਂ। ਉਹ ਤੋਂ ਬਾਅਦ ਆ ਗਿਆ ਐਜੂਕੇਸ਼ਨ ਟੂ ਵੂਮੈਨ। ਉਸ ਸਮੇਂ ਵੂਮੈਨ ਨੂੰ ਐਜੂਕੇਸ਼ਨ ਦਾ ਵੀ ਹੱਕ ਸੀਗਾ। ਨੋ ਪਰਦਾ ਸਿਸਟਮ, ਉਸ ਸਮੇਂ ਪਰਦਾ ਸਿਸਟਮ ਵੀ ਨਹੀਂ ਸੀ। ਨੋ ਸਤੀ ਪ੍ਰਥਾ, ਉਸ ਸਮੇਂ ਸਤੀ ਪ੍ਰਥਾ ਵੀ ਨਹੀਂ ਸੀ। ਨਿਯੋਗਾ ਤੋਂ ਮਤਲਬ ਇਹ ਹੈ ਕਿ ਜੋ ਵੀ ਕੁੜੀ ਹੁੰਦੀ ਸੀ, ਜੇਕਰ ਉਸ ਦਾ ਹਸਬੈਂਡ ਐਕਸਪਾਇਰ ਹੋ ਜਾਂਦਾ, ਉਸ ਦੇ ਹਸਬੈਂਡ ਦੀ ਡੈਥ ਹੋ ਜਾਂਦੀ, ਤਾਂ ਉਸ ਦਾ ਹਸਬੈਂਡ ਦਾ ਜਿਹੜਾ ਛੋਟਾ ਬ੍ਰਦਰ ਹੁੰਦਾ ਉਹਦੇ ਨਾਲ ਉਸ ਨੂੰ ਵਿਆਹ ਕਰਾਉਣ ਦਾ ਹੱਕ ਸੀ। ਉਸ ਤੋਂ ਬਾਅਦ ਆ ਗਿਆ ਨੋ ਚਾਈਲਡ ਮੈਰਿਜ। ਉਸ ਸਮੇਂ ਬੱਚਿਆਂ ਦਾ ਵਿਆਹ ਕਰਨ ਦਾ ਵੀ ਸਿਸਟਮ ਨਹੀਂ। ਉਸ ਸਮੇਂ ਸੂਰਾ ਅਤੇ ਸੋਮਾ ਵੀ ਪ੍ਰਚਲਿਤ ਸੀ। ਇਸ ਦਾ ਮਤਲਬ ਹੈ ਉਸ ਸਮੇਂ ਅਲਕੋਹਲ ਵਗੈਰਾ, ਸ਼ਰਾਬ ਵਗੈਰਾ ਵੀ ਪ੍ਰਚਲਿਤ ਸੀਗੀ। ਉਸ ਤੋਂ ਬਾਅਦ ਆ ਗਿਆ ਕਾਸਟ ਸਿਸਟਮ ਦੇ ਵਿੱਚ ਸੁਸਾਇਟੀ ਦੇ ਵਿੱਚ 2 ਪ੍ਰਕਾਰ ਦੇ ਕੀ ਸੀਗੇ, ਮਤਲਬ ਉਹ ਲੋਕ ਮੰਨੇ ਜਾਂਦੇ ਸੀਗੇ। ਨੰਬਰ 1 'ਤੇ ਆ ਗਿਆ ਸੀਗਾ ਦਵੇਜਾ ਅਤੇ ਦੂਸਰੇ ਨੰਬਰ 'ਤੇ ਆ ਗਿਆ ਸੀਗਾ ਅਡਵੀਜਾ। ਜਿਹੜਾ ਪਹਿਲਾ ਸੀਗਾ ਉਹ ਲੋਕ ਸੀਗੇ ਜਿਹੜੇ ਆਰੀਅਨ ਸੀਗੇ। ਅਡਵੇਜਾ ਦੇ ਵਿੱਚ ਉਹ ਲੋਕ ਸੀ ਜਿਹੜੇ ਆਰੀਅਨ ਹੈ ਨਹੀਂ ਸੀਗੇ, ਠੀਕ ਹੈ। ਇਸ ਕਰਕੇ ਜੋ ਵੀ ਲੋਕ ਆਰੀਅਨ ਹੈ ਹੀ ਨਹੀਂ ਸੀ, ਠੀਕ ਹੈ, ਉਹਨਾਂ ਨੂੰ ਸ਼ੂਦਰ ਮੰਨਿਆ ਜਾਂਦਾ ਸੀ ਅਤੇ ਮਤਲਬ ਜੋ ਵੀ ਲੋਕ ਆਰੀਅਨ ਸੀ ਉਹਨਾਂ ਨੂੰ ਬ੍ਰਾਹਮਣ, ਕਸ਼ੱਤਰੀ, ਵੈਸ਼ਯ, ਸ਼ੂਦਰ ਵਜੋਂ ਮੰਨਿਆ ਜਾਂਦਾ ਸੀਗਾ। ਇਸ ਤੋਂ ਬਾਅਦ ਅਗਲਾ ਪੁਆਇੰਟ ਆ ਗਿਆ ਇਕਨੋਮਿਕ ਲਾਈਫ, ਠੀਕ ਹੈ। ਇਕਨੋਮਿਕ ਲਾਈਫ ਦੇ ਵਿੱਚ ਸਭ ਤੋਂ ਪਹਿਲਾਂ ਆ ਗਿਆ ਐਗਰੀਕਲਚਰ ਇਕਨੋਮੀ। ਉਸ ਸਮੇਂ ਦੇ ਲੋਕ ਖੇਤੀਬਾੜੀ ਦਾ ਕੰਮ ਕਰਦੇ ਸਨ ਅਤੇ ਪਸ਼ੂਆਂ ਵਗੈਰਾ ਨੂੰ, ਪਾਲਤੂ ਪਸ਼ੂਆਂ ਨੂੰ ਰੱਖਦੇ ਸਨ। ਉਸ ਤੋਂ ਬਾਅਦ ਆ ਗਿਆ ਕੈਟਲ ਰੀਅਰਿੰਗ, ਜਿਵੇਂ ਮੈਂ ਹੁਣੇ ਦੱਸਿਆ ਕਿ ਮਤਲਬ ਉਸ ਸਮੇਂ ਲੋਕ ਪਸ਼ੂ ਪਾਲਣ ਕਰਦੇ ਸਨ। ਇੰਪੋਰਟੈਂਸ ਆਫ ਕਾਊ, ਜਿਹੜੀ ਗਾਂ ਸੀ ਉਸ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਸੀ। ਉਸ ਸਮੇਂ ਜੇ ਕੋਈ ਵੀ ਲੈਣ ਦੇਣ ਕਰਨਾ ਹੁੰਦਾ ਉਹ ਗਾਂ ਦੇ ਨਾਲ ਵੀ ਮਤਲਬ ਲੈਣ ਦੇਣ ਹੋ ਸਕਦਾ ਸੀਗਾ। ਜਿਵੇਂ ਮਤਲਬ ਉਹਨਾਂ ਤੋਂ ਗਾਂ ਲੈ ਲੈਣੀ ਕਿਸੇ ਤੋਂ ਅਤੇ ਉਹਨਾਂ ਨੂੰ ਕੋਈ ਹੋਰ ਸਮਾਨ ਦੇ ਦੇਣਾ। ਇਸ ਕਰਕੇ ਗਾਂ ਬਹੁਤ ਮਹੱਤਵਪੂਰਨ ਸੀ। ਇਸ ਤੋਂ ਅੱਗੇ ਆ ਗਿਆ ਬਾਰਟਰ ਸਿਸਟਮ ਤੋਂ ਮਤਲਬ ਇਹ ਹੈ ਕਿ ਇਸ ਤੋਂ ਮਤਲਬ ਇਹੀ ਹੈ ਕਿ ਸਮਾਨ ਦੇ ਬਦਲੇ ਸਮਾਨ ਲੈਣਾ ਦੇਣਾ। ਉਸ ਤੋਂ ਬਾਅਦ ਆ ਗਿਆ ਨਿਸ਼ਕ। ਉਸ ਸਮੇਂ ਕੋਈ ਵੀ ਗੋਲਡ ਨਹੀਂ ਹੁੰਦਾ ਸੀ। ਉਹ ਗੋਲਡ ਮਤਲਬ ਇੱਕ ਨਿਸ਼ਕ ਹੁੰਦਾ ਸੀਗਾ, ਜਿਵੇਂ ਇਹ ਫੋਟੋ ਦੇ ਵਿੱਚ ਵੀ ਚਮਕ ਰਿਹਾ ਹੈਗਾ, ਇਸ ਪ੍ਰਕਾਰ ਦਾ ਹੁੰਦਾ ਸੀਗਾ ਜੋ ਵੀ ਇਸ ਦੇ ਨਾਲ ਲੈਣ ਦੇਣ ਹੁੰਦਾ। ਉਸ ਤੋਂ ਬਾਅਦ ਆ ਗਿਆ OCP, ਠੀਕ ਹੈ। ਉਸ ਸਮੇਂ OCP ਇਸ ਤਰ੍ਹਾਂ ਦੀ ਪੋਟਰੀ ਵੀ ਹੁੰਦੀ ਸੀਗੀ। ਉਸ ਤੋਂ ਬਾਅਦ ਆ ਗਿਆ ਰਿਲੀਜਨ ਦੇ ਵਿੱਚ ਆਮ ਤੌਰ 'ਤੇ ਇਹ ਮੰਨਿਆ ਜਾਂਦਾ ਸੀਗਾ ਕਿ ਉਸ ਸਮੇਂ ਦੇ ਲੋਕ ਸੀਗੇ ਕਿ ਕੁਦਰਤ ਦੀਆਂ ਸ਼ਕਤੀਆਂ ਉੱਤੇ ਬਹੁਤ ਹੀ ਜ਼ਿਆਦਾ ਵਿਸ਼ਵਾਸ ਰੱਖਦੇ ਸੀਗੇ। ਉਸ ਸਮੇਂ ਦੇ ਲੋਕ ਜੇਕਰ ਆਮ ਤੌਰ 'ਤੇ ਮੰਨੇ ਜਾਂਦੇ ਨੇ 33 ਗੋਡ ਮੰਨੇ ਜਾਂਦੇ ਨੇ ਉਸ ਸਮੇਂ ਦੇ ਕੀ ਹੁੰਦੇ ਸੀਗੇ, ਜਿਨ੍ਹਾਂ ਦੁਆਰਾ ਉਹਨਾਂ ਦੀ ਮਾਨਤਾ ਕੀਤੀ ਜਾਂਦੀ ਸੀਗੀ। ਇਸ ਦੇ ਵਿੱਚ ਰਿਲੀਜਨ ਦੇ ਵਿੱਚ ਜਿਵੇਂ ਕਹਿ ਸਕਦੇ ਆਪਾਂ ਅਗਨੀ ਆ ਗਈ, ਪ੍ਰਿਥਵੀ ਆ ਗਈ, ਰਿਵਰ ਆ ਗਈ, ਸੂਰਜ ਆ ਗਿਆ, ਠੀਕ ਹੈ। ਇਸ ਪ੍ਰਕਾਰ ਦੇ ਉਹਨਾਂ ਨੇ ਕੁਦਰਤ ਦੇ ਵਿੱਚ ਕੀ ਹੈ ਵਿਸ਼ਵਾਸ ਰੱਖਦੇ ਸੀਗੇ। ਇਹਨਾਂ ਤੋਂ ਹੀ ਉਹ ਭੈਭੀਤ ਰਹਿੰਦੇ ਸੀਗੇ ਅਤੇ ਉਹਨਾਂ ਦੀ ਹੀ ਪੂਜਾ ਹੁੰਦੀ ਸੀਗੀ, ਠੀਕ ਹੈ। ਇਸ ਕਰਕੇ ਸੀਗਾ ਆਪਣਾ ਇਹ ਚੈਪਟਰ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇਗਾ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਤਾਂ ਇਸ ਨੂੰ ਲਾਈਕ ਕਰੋ। ਜੇਕਰ ਤੁਸੀਂ ਨੇ ਹੁਣ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ।
and thank you again watching this video.